इस धरने ते विराजमान सांझा मोर्चा दी टीम साहबान, मैंबर साहबान, बड़े दुख नाल कहना पैंदा कि 15-20 साल रज के सानू कुटिया भी गया ते लुटिया भी गया और बड़े चाअ दे नाल लोकां ने नवीं सरकार बनाई सीगी। लोकां नूं बड़ियां आसां सीगियां ते लोकां नूं बड़े ही ज्यादा जिहड़े सुपने विखाए गए सीगे कि तुहाडे सारे ही मसले हल कर देंगे। आम तौर ते सार भगवंत सिंह मान उन्हां नूं तुसीं किते सुणदे सीगे ते हर जगह दे उत्ते पहलियां सरकारां नूं भंडण लग्या, उन्हां दे विरुद्ध कोई भी गल होनी ਉਹਨੂੰ ਦੱਸਣ ਲੱਗਿਆ ਕਦੀ ਉਹ ਗਰੇਜ ਨਹੀਂ ਸੀ ਕਰਦੇ। ਭਗਵੰਤ ਸਿੰਘ ਮਾਨ ਦੀਆਂ ਪੁਰਾਣੀਆਂ ਜੇ ਵੀਡੀਓ ਤੁਸੀਂ ਕੱਢ ਕੇ ਵੇਖੋ, ਉਹਦੇ ਵਿੱਚ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਜਦੋਂ ਬਾਹਰਲੇ ਸੂਬੇ ਤੋਂ ਪੰਜਾਬ ਦੇ ਵਿੱਚ ਐਂਟਰੀ ਕਰੀਏ ਨਾ ਤੇ ਪੰਜਾਬ ਦੀ ਪਛਾਣ ਕੋਈ ਖੇਤਾਂ ਦੇ ਨਾਲ ਤੇ ਫੈਕਟਰੀਆਂ ਦੇ ਨਾਲ ਨਹੀਂ ਹੁੰਦੀ। ਜਦੋਂ ਲੋਕ ਤੁਹਾਨੂੰ ਟੈਂਕੀਆਂ ਤੇ ਚੜੇ ਥਾਂ ਥਾਂ ਧਰਨਿਆਂ ਦੇ ਉੱਤੇ ਬੈਠੇ ਸੜਕਾਂ ਦੇ ਉੱਤੇ ਮਿਲ ਜਾਣ ਤੇ ਸਮਝੋ ਪੰਜਾਬ ਆ ਗਿਆ। ਤੇ ਉਹਨਾਂ ਇਹ ਕਿਹਾ ਸੀਗਾ ਕਿ ਮੈਂ ਨਾ ਤੇ ਨੌਜਵਾਨਾਂ ਨੂੰ ਟੈਂਕੀਆਂ ਤੇ ਚੜਨ ਦਊਂਗਾ ਤੇ ਨਾ ਜਗ੍ਹਾ ਜਗ੍ਹਾ ਧਰਨੇ ਲਾਉਣ ਦੀ ਲੋੜ ਪਊਗੀ। ਐਡੀ ਗਰਮੀ ਦੇ ਵਿੱਚ ਅੱਜ 60 ਦਿਨ ਤੋਂ ਧਰਨਾ ਲੱਗਾ ਹੋਵੇ, 2-3 ਐਮਐਲਏ ਮੰਤਰੀ ਤੁਹਾਡੇ ਕੋਲ ਆ ਕੇ ਗਏ ਹੋਣ, ਤੁਹਾਡੀ ਗੱਲ ਸੁਣ ਕੇ ਗਏ ਹੋਣ ਤੇ ਤੁਹਾਨੂੰ ਸਰਕਾਰ ਨਾਲ ਬਿਠਾਉਣ ਦਾ ਕੋਈ ਉਪਰਾਲਾ ਵੀ ਨਾ ਕਰੇ ਤੇ ਲੱਖ ਲਾਹਨਤ ਹੈ ਯਾਰ ਇਹੋ ਜੀ ਸਰਕਾਰ ਦੇ ਉੱਤੇ। ਗੱਲਾਂ ਤੇ ਇਹੋ ਕੀਤੀਆਂ ਸੀਗੀਆਂ ਤੇ ਮੈਂ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ ਕਿ ਪੱਗ ਤੇ ਆਪਾਂ ਪੀਲੀ ਬੰਨੀ ਭਗਤ ਸਿੰਘ ਵਾਲੀ, ਸੌ ਤੇ ਖਾਧੀ ਆਪਾਂ ਖਟਕੜ ਕਲਾ ਜਾ ਕੇ ਉੱਥੇ 2-3 ਲੱਖ ਬੰਦਾ ਇਕੱਠਾ ਕਰਕੇ ਤੇ ਉਹਦੀ ਸੋਚ ਕਿੱਥੇ ਗਈ? ਭਗਵੰਤ ਸਿੰਘ ਸ਼ਹੀਦ ਭਗਤ ਸਿੰਘ ਵਾਲੀ ਸੋਚ ਕਿੱਥੇ ਗਈ? ਕੀ ਕੱਲੀ ਪੀਲੀ ਪੱਗ ਬੰਨਣ ਦੇ ਨਾਲ ਹੀ ਤੇਰੇ ਅੰਦਰ ਜਿਹੜਾ ਸ਼ਹੀਦ ਭਗਤ ਸਿੰਘ ਜਾਗ ਜੂਗਾ? ਮੈਂ ਤੈਨੂੰ ਇਹ ਲੈਣਾ ਜ਼ਰੂਰ ਕਹਿਣੀਆਂ ਚਾਹੁੰਦਾ ਮਾਨ ਸਾਹਿਬ कि पानी दे चढ़े बिना सैलाब नहीं हुंदे, मिट्टी च डुबे बिना गुलाब नहीं हुंदे। शहीद भगत सिंह दी तरह फांसी ते चढ़ना पैंदा है, केवल पीलियां पग्गां बन्नण वाले इनकलाब नहीं हुंदे। अज समा देखो 60 दिनां तो यह धरना चल रहा। मैं नहीं कहता कि पंजाब दे विच फैक्टरियां नहीं आउणियां चाहीदियां, मैं नहीं कहता कि बच्चियां नूं रोजगार नहीं मिलना चाहिदा, पर इहो जिहियां फैक्टरियां ਜਿਹਦੇ ਨਾਲ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਵੇ, ਇਹੋ ਜਿਹੀਆਂ ਫੈਕਟਰੀਆਂ ਸਾਨੂੰ ਨਹੀਂ ਚਾਹੀਦੀਆਂ। ਤੁਸੀਂ ਕਿਤੇ ਹੋਰ ਲਾ ਲਓ, ਬਾਹਰਲੀਆਂ ਸਟੇਟਾਂ 'ਚ ਵੀ ਇੰਨੀ ਸ਼ਰਾਬ, ਜੇ ਤੁਹਾਡਾ ਸ਼ਰਾਬ ਬਿਨਾਂ ਹੀ ਨਹੀਂ ਸਰਦਾ ਤੇ ਬਾਹਰੋਂ ਮੰਗਾ ਲਓ। ਦੁੱਖ ਕਿਸ ਗੱਲ ਦਾ ਜ਼ਿਆਦਾ ਹੈ ਕਿ ਫੈਕਟਰੀ ਵੀ ਸਾਬਕਾ ਐਮਐਲਏ ਸਾਹਿਬਾਨ ਦੀ ਹੈ। ਔਰ ਜਦੋਂ ਮੈਂ ਬਾਹਰੋਂ ਆਇਆ ਸੀਗਾ ਤੇ ਮੈਂ ਕਿਹਾ ਸਾਹਮਣੇ ਵੀ ਧਰਨਾ ਲੱਗਾ ਹੈ ਯਾਰ। ਉਹ ਕਹਿੰਦੇ ਜੀ ਫੈਕਟਰੀ ਬਚਾਉਣ ਵਾਲਿਆਂ ਨੇ ਧਰਨਾ ਲਾਇਆ ਆਪਣੀ ਲੇਬਰ ਕੋਲੋਂ, ਜਾਂ ਮਤਲਬ ਇੱਕ ਚੁਣਿਆ ਨੁਮਾਇੰਦਾ ਜਦੋਂ ਲੋਕਾਂ ਦੇ ਨਾਲ ਚੜ੍ਹਾਅ ਕਰਨ ਲੱਗ ਪਵੇ, ਲੋਕਾਂ ਦੀਆਂ ਮੰਗਾਂ ਨੂੰ ਦਰਕਨਾਰ ਕਰਕੇ ਉਹਨਾਂ ਨੂੰ ਸੁਣਨ ਤੋਂ ਲਹਿਦਾ ਬਰਾਬਰ ਧਰਨਾ ਲਾ ਕੇ ਬਹਿ ਜਾਵੇ ਤੇ ਮੇਰਾ ਖਿਆਲ ਉਹਨੂੰ ਚੁਣਨ ਵਾਲਿਆਂ ਨੂੰ ਵੀ ਲਾਹਨਤ ਹੈ ਵੀ ਤੁਸੀਂ ਉਹਨੂੰ ਐਮਐਲਏ ਬਣਾਇਆ ਕਿਉਂ ਸੀਗਾ। ਇਹਨਾਂ ਲੋਕਾਂ ਦੇ ਮਨ ਦੀ ਮਨੋਦਸ਼ਾ ਨਹੀਂ ਤੁਸੀਂ ਸਮਝ ਸਕਦੇ। ਆ ਥੱਲੇ ਬੈਠੇ ਸੀ ਸਰਪੰਚ ਸਾਹਿਬ, ਉਹਨਾਂ ਮੈਨੂੰ ਦੱਸਿਆ ਕਿ ਪਹਿਲੀ ਵਾਰੀ ਹੈ 2006 ਦੇ ਵਿੱਚ ਇਹ ਫੈਕਟਰੀ ਲੱਗਦੀ ਹੈ, ਇਹਦਾ ਜਿਹੜਾ ਬਣਨੀ ਸ਼ੁਰੂ ਹੁੰਦੀ ਹੈ 2007 ਦੇ ਵਿੱਚ ਸੁਖਬੀਰ ਸਿੰਘ ਬਾਦਲ, ਮੈਂ ਸੁਣਦਾ ਸੀਗਾ ਕਿ ਇਹਦਾ ਮਹੂਰਤ ਕੀਤਾ ਉਹਨਾਂ ਨੇ ਆ ਕੇ, ਤੇ 2007 ਚ ਹੀ ਮੇਰਾ ਖਿਆਲ ਜਿਹਦੀ ਫੈਕਟਰੀ ਆ ਉਹਨੂੰ ਟਿਕਟ ਵੀ ਦੇ ਦਿੱਤੀ ਗਈ ਸੀਗੀ। ਗੱਲਾਂ ਤੇ ਹੁੰਦੀਆਂ ਜਿਹੜੇ ਲੀਡਰ ਆ ਸਾਡੇ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਫੜਾਉਣ ਦੀ, ਸਾਡੇ ਸਕੂਲ ਖੋਲਣ ਦੀਆਂ ਜੇ ਪਿੰਡਾਂ ਦੇ ਵਿੱਚ ਖੋਲਣੇ ਆ, ਸਾਡੇ ਹਸਪਤਾਲ ਖੋਲਣ ਦੀਆਂ, ਤੇ ਜਦੋਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸ਼ਰਾਬ ਦੀਆਂ ਫੈਕਟਰੀਆਂ ਦੇ ਉਦਘਾਟਨ ਕਰਨਗੇ ਤੇ ਫਿਰ ਇਸ ਸੂਬੇ ਦਾ ਬਣਨਾ ਕੀ ਹੈ? ਫਿਰ ਇਸ ਸੂਬੇ ਦੇ ਇਹਦਾ ਰੱਬ ਹੀ ਰਾਖਾ ਹੈ ਨਾ। ਉਹਨਾਂ ਕੋਲੋਂ ਦੁਖੀ ਹੋ ਕੇ ਅਸੀਂ ਇਹਨਾਂ ਲੋਕਾਂ ਨੂੰ ਚੁਣਿਆ ਔਰ ਸਾਰਾ ਤੁਹਾਨੂੰ ਨਜ਼ਰ ਆਉਂਦਾ ਕਿਤੇ ਬਦਲਾਵ। ਅੱਜ ਰੇਤਾ ਤੁਹਾਨੂੰ ਕਿਤੇ ਮਿਲਣੀ ਨਹੀਂ ਡਈ, ਸ਼ਰਾਬ ਦੀਆਂ ਫੈਕਟਰੀਆਂ ਲਈ ਤੁਹਾਨੂੰ ਧਰਨੇ ਲਾਉਣੇ ਪੈ ਰਹੇ ਆ, ਬੱਸਾਂ ਦਾ ਬੁਰਾ ਹਾਲ ਹੈ। ਮਤਲਬ ਟਰਾਂਸਪੋਰਟ ਤੋਂ ਕਹਿੰਦੇ ਸੀ ਪੈਸੇ ਆਉਣੇ ਕੱਖ ਵੀ ਨਹੀਂ,
ਤੇ ਅੱਜ 60 ਦਿਨ ਤੋਂ ਤੁਸੀਂ ਸ਼ਰਾਬ ਲਈ ਧਰਨੇ ਲਾ ਰਹੇ ਹੋ। ਮੈਂ ਤੇ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਸਾਰ ਸੁਖਬੀਰ ਸਿੰਘ ਬਾਦਲ ਨੇ ਇਸ ਇੰਡਸਟਰੀ ਦਾ ਮਹੂਰਤ ਕੀਤਾ ਕਿ ਸ਼ਰਾਬ ਦੀ ਖਪਤ ਬੜੀ ਜ਼ਿਆਦਾ, ਬਹੁਤੇ ਲੀਡਰਾਂ ਨੇ ਤੇ ਆਪਣੀਆਂ ਸ਼ਰਾਬ ਦੀਆਂ ਫੈਕਟਰੀਆਂ ਲਾ ਲਈਆਂ, ਤੇ ਅੱਜ ਕੱਲ ਪੰਜਾਬ ਦੇ ਵਿੱਚ ਜਿੰਨੀ ਸਮੈਕ ਦੀ ਖਪਤ ਹੈ ਇਹਨਾਂ ਦਾ ਵਸ ਚੱਲਦਾ, ਤੇ ਸਮੈਕ ਦੇ ਵੀ ਗੋਦਾਮ ਖੋਲ ਦਿੰਦੇ ਤੇ ਉਹਦੀਆਂ ਵੀ ਫੈਕਟਰੀਆਂ ਲਾ ਦਿੰਦੇ, ਵੀ ਪੈਸੇ ਹੀ ਕਮਾਉਣੇ ਨੇ ਨਾ। ਮਤਲਬ ਇਹੋ ਜਿਹੇ ਲੋਕਾਂ ਤੋਂ ਅਸੀਂ ਲੈਣਾ ਕੀ ਸੀਗਾ। ਤੁਸੀਂ 3-4 ਦਿਨਾਂ ਤੋਂ ਦੇਖਿਆ ਜਦੋਂ ਭਗਵੰਤ ਮਾਨ ਬਾਹਰੋਂ ਆਇਆ, ਹਰ ਪਾਰਟੀ ਦਾ ਕੋਈ ਵਿਰੋਧੀ ਧਿਰ ਦਾ ਨੇਤਾ ਤੁਹਾਡੇ ਕੋਲ ਆਇਆ ਸਰਪੰਚ ਸਾਹਿਬ, ਕੋਈ ਅਕਾਲੀ ਕਾਂਗਰਸੀ ਜਿਨ੍ਹਾਂ ਦਾ ਫਰਜ਼ ਹੈ ਵਿਰੋਧੀ, ਹਾਂਜੀ ਖਹਿਰਾ ਸਾਹਿਬ ਆਏ ਆ। ਤੁਸੀਂ ਦੇਖੋ 3-4 ਦਿਨਾਂ ਦਾ ਇੱਕ ਮੁੱਦਾ ਕੀ ਚੱਲ ਰਿਹਾ, ਭਗਵੰਤ ਮਾਨ ਨੂੰ ਸ਼ਰਾਬ ਕਰਕੇ ਜਹਾਜ਼ ਤੋਂ ਲਾਹ ਦਿੱਤਾ ਗਿਆ। ਮੈਨੂੰ ਨਹੀਂ ਪਤਾ ਉਹਨੂੰ ਜਹਾਜ਼ ਤੋਂ ਲਾਇਆ ਕਿ ਨਹੀਂ ਲਾਇਆ, ਮੈਨੂੰ ਨਹੀਂ ਪਤਾ ਉਹਨੇ ਸ਼ਰਾਬ ਪੀਤੀ ਕਿ ਨਹੀਂ ਪੀਤੀ। ਜਿੰਨਾ ਚਿਰ ਕਿਸੇ ਗੱਲ ਦੀ ਪੁਸ਼ਟੀ ਨਹੀਂ ਹੁੰਦੀ, ਸਬੂਤ ਨਹੀਂ ਹੁੰਦੇ, ਮੈਂ ਬਗੈਰ ਤੱਥ ਤੋਂ ਨਾ ਜ਼ਿੰਦਗੀ 'ਚ ਗੱਲ ਕੀਤੀ ਤੇ ਨਾ ਕਰਨੀ। ਮੁੱਦਾ ਇਹ ਸੀਗਾ ਯਾਰ ਭਗਵੰਤ ਮਾਨ ਨੂੰ ਸ਼ਰਾਬ ਪੀ ਕੇ ਲਾਇਆ, ਮੁੱਦਾ ਇਹ ਸੀਗਾ ਭਗਵੰਤ ਮਾਨ ਨੂੰ ਸਟੇਜ ਦੇ ਉੱਤੇ ਸਹੁੰ ਖਵਾਈ ਗਈ ਮਾਂ ਦੀ ਵੀ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਏਗਾ। ਮੁੱਦਾ ਇਹ ਸੀਗਾ ਕਿ ਇੱਕ ਫੈਕਟਰੀ ਨਾਲ ਜਿੰਨੀਆਂ ਜਾਨਾਂ ਜਾਂਦੀਆਂ, ਜਿੰਨਾ ਪਾਣੀ ਗੰਦਾ ਹੁੰਦਾ, ਜਿੰਨੀ ਦੁਨੀਆ ਦੁਖੀ ਹੈ, ਉਹ ਮੁੱਦੇ ਹੱਲ ਕਰਨਾ ਸੀਗਾ ਕਿ ਕੇਵਲ ਭਗਵੰਤ ਮਾਨ ਦੀ ਸ਼ਰਾਬ ਛਡਾਉਣਾ ਮੁੱਦਾ ਹੋ ਗਿਆ ਆਪੋਜੀਸ਼ਨ ਪਾਰਟੀਆਂ ਲਈ। ਕਿਉਂਕਿ ਸਾਰੇ ਪੈਸੇ ਲੈਂਦੇ ਨੇ, ਵੱਡੇ ਲੋਕ ਨੇ, ਇਹਨਾਂ ਲੋਕਾਂ ਨੂੰ ਪਾਰਟੀ ਲਈ ਫੰਡ ਚਾਹੀਦਾ ਹੁੰਦਾ, ਵੱਡੇ ਇੰਡਸਟਰੀਲਿਸਟ, ਵੱਡੀਆਂ ਫੈਕਟਰੀਆਂ ਵਾਲੇ, ਉਹ ਇਹਨਾਂ ਲੋਕਾਂ ਨੂੰ ਪੈਸੇ ਦਿੰਦੇ ਨੇ। ਇਹ ਲੋਕ ਕਿਸੇ ਦਾ ਦੁੱਖ ਕੀ ਸਮਝਣਗੇ, ਕਿਸੇ ਦੀ ਨਸ਼ੇ ਨਾਲ ਮੌਤ ਨੂੰ ਕੀ ਸਮਝਣਗੇ। ਅੱਜ ਇੰਨੀਆਂ ਮੌਤਾਂ ਪੰਜਾਬ ਦੇ ਵਿੱਚ ਹੁੰਦੀਆਂ ਨਸ਼ਿਆਂ ਦੇ ਨਾਲ, ਕਿਸੇ ਨੇ ਕਦੀ ਕੋਈ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਕਿਸੇ ਵੱਡੇ ਲੀਡਰ ਦਾ ਪੁੱਤ ਨਸ਼ੇ ਕਰਕੇ ਮਰਿਆ? ਲੋਕ ਗਰੀਬੀ ਨਾਲ, ਨਸ਼ਾ ਲੱਗਦਾ ਕਿਉਂ ਹੈ? ਲੋਕਾਂ ਕੋਲ ਰੁਜ਼ਗਾਰ ਨਹੀਂ, ਲੋਕਾਂ ਕੋਲ ਕੰਮਕਾਰ ਨਹੀਂ, ਬੱਚੇ ਵਿਚਾਰੇ ਦਿਮਾਗ ਦੇ ਉੱਤੇ ਬੋਝ ਲੈ ਕੇ ਨਸ਼ਾ ਕਰਨਾ ਸ਼ੁਰੂ ਕਰਦੇ ਨੇ, ਤੇ ਉਸ ਤੋਂ ਬਾਅਦ ਗਰੀਬ ਘਰਾਂ ਦੇ ਬੱਚੇ ਜਿਹੜੇ ਉਹ ਨਸ਼ਿਆਂ ਦੇ ਨਾਲ ਮਰਦੇ ਨੇ। ਮੈਂ ਹਰ ਨਸ਼ੇ ਦੇ ਵਿਰੁੱਧ ਆ। ਇੱਕ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ, ਇਸ ਤੋਂ ਬਾਅਦ ਮੈਂ ਮੁਕਤਸਰ ਜਾਣਾ। ਕੱਲ ਕਿਤੇ ਉਹ ਟੀਵੀ ਸੀਗਾ, ਉਹਨਾਂ ਨੇ ਮੇਰੀ ਇੱਕ ਇੰਟਰਵਿਊ ਚਲਾ ਦਿੱਤੀ 1.5 ਸਾਲ ਪੁਰਾਣੀ। ਉਦੋਂ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਸੀਗਾ ਕਿ ਫੀਮ ਦੀ ਖੇਤੀ ਸ਼ੁਰੂ ਹੋ ਜਾਣੀ ਚਾਹੀਦੀ ਹੈ, ਤੇ ਮੈਂ ਕਿਹਾ ਸੀਗਾ ਕਿ ਮੈਂ ਹਰ ਨਸ਼ੇ ਦੇ ਵਿਰੁੱਧ ਆ। ਇੱਕ ਨਸ਼ਾ ਬੰਦ ਕਰਨ ਲਈ ਜੇ ਤੁਸੀਂ ਦੂਜੇ ਨਸ਼ੇ ਦੀ ਖੇਤੀ ਸ਼ੁਰੂ ਕਰਨੀ ਹੈ, ਤੇ ਨਹੀਂ ਤੁਸੀਂ ਕਿਸੇ ਦਾ ਦੁੱਖ ਦਰਦ ਤੇ ਸਮਝੋ। ਤੇ ਕਈ ਭਾਈ ਖਸਖਸ ਦੀ ਖੇਤੀ ਕਰਦੇ ਨੇ, ਉੱਥੇ ਮੈਂ ਜੱਗਾ ਭਾਜੀ ਨੇ ਉਹਨਾਂ ਕੋਲ ਵੀ ਚੱਲਿਆ ਕਿ ਯਾਰ ਜੇ ਕਿਤੇ ਮੈਂ ਗਲਤ ਹੋਵਾਂ, ਮੈਂ ਗਲਤ ਬੋਲਿਆ ਵਾਂ, ਤੇ ਮੈਂ ਕੋਈ ਏਡਾ ਹੰਕਾਰਿਆ ਬੰਦਾ ਨਹੀਂਗਾ, ਮੈਂ ਆ ਕੇ ਮਾਫੀ ਵੀ ਮੰਗਣ ਨੂੰ ਤਿਆਰ ਆ, ਪਰ ਮੈਂ ਫਿਰ ਵੀ ਨਸ਼ਿਆਂ ਦੇ ਨਾਲ ਸਹਿਮਤ ਨਹੀਂ ਹੋ ਸਕਦਾ। ਮੈਨੂੰ ਦੱਸਣ 'ਚ ਕੋਈ ਗਰੇਜ ਨਹੀਂ। ਮੇਰੇ ਪਿਤਾ ਜੀ, ਮੈਂ ਰੱਬ ਵਰਗਾ ਆਪਣੇ ਪਿਓ ਨੂੰ ਮੰਨਦਾ ਸੀਗਾ। ਮੇਰੇ ਫਾਦਰ ਰਈਆ ਨੋਟੀਫਾਈਡ ਏਰੀਆ ਕਮੇਟੀ ਦੇ ਚੇਅਰਮੈਨ ਰਹੇ ਆ, ਔਰ ਰੱਬ ਵਰਗਾ ਸੀ। ਹਰ ਬੰਦੇ ਲਈ ਉਹਦਾ ਪਿਓ, ਮਾਂ ਪਿਓ ਰੱਬ ਵਰਗੇ ਹੁੰਦੇ ਆ। ਮੇਰਾ ਪਿਓ ਵੀ ਮੇਰੇ ਲਈ ਰੱਬ ਵਰਗਾ ਸੀਗਾ। ਮੇਰੇ ਫਾਦਰ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਲੀਵਰ ਡੈਮੇਜ ਹੋ ਗਿਆ ਤੇ ਉਹਨਾਂ ਦੀ ਮੌਤ ਹੋਈ। ਮੈਂ ਕਿਸ ਤਰੀਕੇ ਕਿਸ ਨਸ਼ੇ ਦੀ ਇਜਾਜ਼ਤ ਦੇ ਸਕਦਾ, ਜਾਂ ਮੈਂ ਕਿਸ ਤਰੀਕੇ ਕਿਸ ਨਸ਼ੇ ਦੇ ਨਾਲ ਮਤਲਬ ਸਹਿਮਤ ਹੋ ਸਕਦਾ ਜਿਸ ਪਰਿਵਾਰ ਦੇ ਜੀ ਇਸ ਤਰੀਕੇ ਚਲੇ ਜਾਂਦੇ ਨੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਇਹਨਾਂ ਦਾ ਫਰਜ਼ ਸੀਗਾ। ਅੱਜ ਵੀ ਘਰ ਦੇ ਵਿੱਚ ਮੌਤਾਂ ਹੁੰਦੀਆਂ ਸਮੈਕ ਦੇ ਨਾਲ, ਸ਼ਰਾਬ ਦੇ ਨਾਲ, ਨਸ਼ਿਆਂ ਦੇ ਨਾਲ। ਕੀ ਉਹਨਾਂ ਲੋਕਾਂ ਦਾ ਦੁੱਖ ਦਰਦ ਸਮਝਦੇ ਹੋ? ਹਰ 15 ਦਿਨੀ ਹਰ ਜ਼ਿਲ੍ਹੇ ਦੇ ਵਿੱਚ ਇੱਕ ਡਰਾਮਾ ਕੀਤਾ ਜਾਂਦਾ, ਇੱਕ ADGP ਆ ਜਾਂਦਾ, DIG ਆ ਜਾਂਦਾ, IG ਆ ਜਾਂਦਾ, ਤੇ ਉਹ ਪਿੰਡਾਂ 'ਚ ਵੜ ਕੇ ਮਤਲਬ ਪੈਟਰੋਲਿੰਗ ਕਰਦੇ ਫਿਰਦੇ ਨੇ, ਤਲਾਸ਼ੀਆਂ ਲੈਂਦੇ ਫਿਰਦੇ ਨੇ। ਇੰਨੀ ਤਲਾਸ਼ੀ ਤੋਂ ਬਾਅਦ, ਇੰਨੀ ਪੈਟਰੋਲਿੰਗ ਤੋਂ ਬਾਅਦ ਕੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਪਿੰਡ 'ਚ ਕੋਈ ਸਮੈਕ ਨਹੀਂ ਪੀਂਦਾ ਹੋਊਗਾ, ਤੁਹਾਡੇ ਪਿੰਡ 'ਚ ਕੋਈ ਨਸ਼ਾ ਨਹੀਂ ਕਰਦਾ ਹੋਊਗਾ? ਤੁਸੀਂ ਸਾਨੂੰ ਡਰਾਮੇ ਕਰਕੇ ਨਾ ਵਿਖਾਓ। ਜਿਹੜਾ ਜਿਸ ਚੀਜ਼ ਨਾਲ ਨਸ਼ਾ ਬੰਦ ਹੋਣਾ, ਜਿੰਨਾ ਚਿਰ ਤੁਸੀਂ ਉਹਦੇ ਉੱਤੇ ਧਿਆਨ ਨਹੀਂ ਦਿੰਦੇ, ਪੰਜਾਬ ਦੇ ਵਿੱਚ ਨਸ਼ਾ ਨਹੀਂ ਬੰਦ ਹੋ ਸਕਦਾ। ਦੋ ਚੀਜ਼ਾਂ ਦੇ ਉੱਤੇ ਤੁਹਾਨੂੰ ਕੰਮ ਕਰਨਾ ਪਊਗਾ। ਬੱਚਿਆਂ ਦੀ ਇਹ ਸ਼ਰਾਬ ਦੀਆਂ ਫੈਕਟਰੀਆਂ ਲਾਉਣ ਨਾਲੋਂ ਬੱਚਿਆਂ ਦੀ ਪੜ੍ਹਾਈ ਦੇ ਉੱਤੇ, ਬੱਚਿਆਂ ਦੇ ਰੁਜ਼ਗਾਰ ਦੇ ਉੱਤੇ। ਜਿੰਨਾ ਚਿਰ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ, ਜਿੰਨਾ ਚਿਰ ਲੋਕਾਂ ਨੂੰ ਇੱਜ਼ਤ ਮਾਣ ਵਾਲੀ ਰੋਟੀ ਨਹੀਂ ਮਿਲਦੀ, ਨਾ ਤੁਹਾਡੇ ਸੂਬੇ ਦੇ ਵਿੱਚ ਨਸ਼ਾ ਬੰਦ ਹੋਣਾ, ਤੇ ਨਾ ਤੁਹਾਡੇ ਸੂਬੇ ਦੇ ਵਿੱਚ ਗੈਂਗਸਟਰ ਜਿਹੜੇ ਬਣਨੋਂ ਹਟਣੇ ਨੇ। ਜਦੋਂ ਬੱਚਿਆਂ ਨੂੰ ਮਿਲਦਾ ਕੱਖ ਨਹੀਂ, ਇਹਨਾਂ ਦਾ ਪੜ੍ਹ ਕੇ ਬੱਚੇ ਸਾਡੇ ਵਿਹਲੇ ਰਹਿੰਦੇ ਨੇ, ਉਹਨਾਂ ਦਾ ਧਿਆਨ ਜਾਂਦਾ ਨਸ਼ਿਆਂ ਵੱਲ, ਉਹਨਾਂ ਦਾ ਧਿਆਨ ਜਾਂਦਾ ਮਾੜੇ ਕੰਮਾਂ ਦੇ ਵੱਲ। ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਮਾਨ ਸਾਹਿਬ, ਨਾ ਮੈਂ ਪੰਜਾਬ 'ਚ ਨਸ਼ਾ ਰਹਿਣ ਦੇਣਾ, ਨਾ ਮੈਂ ਪੰਜਾਬ 'ਚ ਬੇਰੁਜ਼ਗਾਰੀ ਰਹਿਣ ਦੇਣੀ ਆ। ਸਾਰਿਆਂ ਨੇ ਸੁਣਿਆ ਹੋਊਗਾ ਚੋਣਾਂ ਤੋਂ ਪਹਿਲਾਂ ਕਿ ਜਿਹੜੇ ਤੁਸੀਂ ਧਰਨਿਆਂ ਤੇ ਬਹਿੰਦੇ ਹੋ, ਉਹਨਾਂ ਨੌਜਵਾਨਾਂ ਦੇ ਹੱਥ ਮੈਂ ਰੋਟੀ ਵਾਲੇ ਡੱਬੇ ਫੜਾਉਣੇ ਨੇ।
ਅੱਜ ਫੜਾਏ ਗਏ। ਤੁਹਾਡੇ ਪਿੰਡ 'ਚ ਕਿੰਨੀਆਂ ਨੌਕਰੀਆਂ ਮਿਲੀਆਂ? ਬੋਰਡਾਂ ਦੇ ਉੱਤੇ ਲਿਖਿਆ ਗਿਆ ਸਾਡਾ ਕੰਮ ਬੋਲਦਾ। ਆਹ ਕੰਮ ਹੈ ਯਾਰ ਤੁਹਾਡਾ, ਲੋਕ 60-60 ਦਿਨ ਧਰਨੇ ਦੇ ਉੱਤੇ ਬਹਿਣ, ਇਹ ਕੰਮ ਹੈ ਤੁਹਾਡਾ? ਇਹ ਕੰਮ ਸੀਗੇ ਤੁਹਾਡੇ? ਲਿਖਣ ਨੂੰ ਸੋਹਣਾ ਲੱਗਦਾ ਪਰ ਉਹਦੇ ਥੱਲੇ ਸਾਨੂੰ ਕੰਮ ਵੀ ਤੇ ਕਰਕੇ ਵਿਖਾਓ। ਸਾਡੇ ਪੰਜਾਬ ਦੇ ਵਿੱਚ ਅੱਜ ਵੀ ਸਾਰਾ ਵਿਕਾਸ ਰੁਕਿਆ, ਤੁਸੀਂ ਜੋ ਮਰਜ਼ੀ ਕਹਿ ਲਓ। ਅੱਜ ਵੀ ਭ੍ਰਿਸ਼ਟਾਚਾਰ ਚਰਮ ਸੀਮਾ ਦੇ ਉੱਤੇ ਆ। ਕਿਤੇ ਤੁਸੀਂ ਤਹਿਸੀਲ ਦੇ ਵਿੱਚ ਚੱਲ ਜਾਓ, ਅਖਬਾਰਾਂ ਦੇ ਵਿੱਚ ਖਬਰਾਂ ਸੋਹਣੀਆਂ ਲੱਗਦੀਆਂ, ਜਦੋਂ ਵਿਜੀਲੈਂਸ ਵਾਲੇ ਇੱਕ ਅੱਧੇ ਨੂੰ ਫੜ ਲੈਂਦੇ ਆ ਉਦੋਂ ਪਤਾ ਲੱਗਦਾ ਵੀ ਹਾਂਜੀ ਇਹਨਾਂ ਕੋਈ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਕੇਵਲ ਇੱਕ ਬੰਦਾ ਫੜਨ ਦੇ ਨਾਲ ਭ੍ਰਿਸ਼ਟਾਚਾਰ ਦੂਰ ਹੋ ਜਾਂਦਾ। ਭ੍ਰਿਸ਼ਟਾਚਾਰ ਦੇ ਰੇਟ ਵੱਧ ਗਏ। ਅਫਸਰ ਰਿਸਕ ਲੈ ਕੇ ਜਿਹੜੇ ਅੱਗੇ ਅੰਨੇਵਾਹ ਪੈਸੇ ਫੜ ਲੈਂਦੇ ਸੀਗੇ, ਹੁਣ ਉਹ ਡਰਦੇ ਪੈਸੇ ਵੀ ਵੱਧ ਲੈਂਦੇ ਆ ਔਰ ਪੈਸੇ ਜਿਹੜੇ ਫੜਨ ਦੇ ਤਰੀਕੇ ਵੀ ਥਾਂ-ਥਾਂ ਦੇ ਉੱਤੇ ਲੱਭ ਲਏ। ਸੋ ਇਹਨਾਂ ਚੀਜ਼ਾਂ ਨੂੰ ਬਦਲਾਵ ਲਿਆਉਣ ਲਈ ਅਸੀਂ ਲੋਕਾਂ ਨੇ ਸਰਕਾਰ ਬਣਾਈ ਸੀਗੀ। ਅਸੀਂ ਲੋਕਾਂ ਨੇ, ਮੈਂ ਖੁਦ ਕਹਿਣਾ, ਮੈਨੂੰ ਟਿਕਟ ਵੀ ਦਿੰਦੇ ਸੀਗੇ ਪਰ ਮੈਨੂੰ ਇਹਨਾਂ ਦੀ ਸ਼ੁਰੂ ਤੋਂ ਜਿਹੜੀ ਮਨੋਦਸ਼ਾ ਤੇ ਜਿਹੜੀ ਮਾਨਸਿਕਤਾ ਸੀਗੀ ਉਹ ਮੈਨੂੰ ਪਤਾ ਕਿ ਮੇਰੇ ਵਰਗੇ ਬੰਦਿਆਂ ਕੋਲੋਂ ਵੀ ਗੁਲਾਮੀ ਕਰਾਉਣਗੇ। ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਸਕਦਾ, ਮੇਰੇ ਨਾਲ ਕਈ ਇਹਨਾਂ ਮੀਟਿੰਗਾਂ ਕੀਤੀਆਂ ਕਿ ਤੂੰ ਇਲੈਕਸ਼ਨ ਲੜਨਾ, ਤੇ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਮੈਂ ਤੁਹਾਡੇ ਅੰਡਰ ਇਲੈਕਸ਼ਨ ਨਹੀਂ ਲੜਨੀ। ਪਹਿਲਾਂ ਮੈਨੂੰ ਪੰਜਾਬ 'ਚ ਜਿਹੜੇ ਤੁਸੀਂ ਵਾਅਦੇ ਕੀਤੇ ਆ ਉਹਦੇ ਸੋਰਸ ਦੱਸ ਦਿਓ, ਉਹਦੇ ਤਰੀਕੇ ਦੱਸ ਦਿਓ ਪੂਰੇ ਕਰਨ ਦੇ, ਤੇ ਮੈਂ ਤੁਹਾਡੀ ਇਲੈਕਸ਼ਨ ਲੜਨ ਤੋਂ ਬਗੈਰ ਵੀ ਤੁਹਾਡੀ ਮਦਦ ਕਰੂੰਗਾ। ਪਰ ਮੈਂ ਇੱਕ ਗੱਲ ਫਿਰ ਕਹਿਣਾ, ਬਦਲਾਵ ਕਰਕੇ ਵੋਟ ਮੈਂ ਵੀ ਝਾੜੂ ਵਾਲਿਆਂ ਨੂੰ ਪਾਈ ਸੀ, ਮੇਰੇ ਪਰਿਵਾਰ ਨੇ ਵੀ ਬਿਨਾਂ ਪਾਰਟੀ ਜੁਆਇਨ ਕੀਤੇ। ਲੋਕਾਂ ਨੇ, ਮੈਂ ਅੱਗੇ ਵੀ ਇਹਨਾਂ ਦੇ ਦਿਮਾਗ 'ਚੋਂ ਭੁਲੇਖਾ ਕੱਢਿਆ ਸੀਗਾ ਕਿ ਲੋਕਾਂ ਨੇ ਤੁਹਾਨੂੰ ਨਹੀਂ ਚੁਣਿਆ, ਲੋਕਾਂ ਨੇ ਉਹ ਦੋ ਗੰਦੇ ਬੰਦੇ ਆਪਣੇ ਗਲੋਂ ਲਾਉਣ ਲਈ ਤੁਹਾਨੂੰ ਲੋਕਾਂ ਨੂੰ ਚੁਣਿਆ। ਲੋਕਾਂ ਨੂੰ ਕੋਈ ਬਦਲ ਨਹੀਂ ਸੀ ਲੱਭਦਾ ਤੇ ਇਸ ਕਰਕੇ ਤੁਹਾਨੂੰ ਚੁਣਿਆ। ਤੇ ਜੇ ਪਰਮਾਤਮਾ ਨੇ ਤੁਹਾਨੂੰ ਸੇਵਾ ਦਿੱਤੀ ਹੈ ਤੇ ਉਹ ਸੇਵਾ ਗੁਰੂ ਘਰ ਦੀ ਸੇਵਾ ਸਮਝ ਕੇ, ਸੰਗਤ ਦੀ ਸੇਵਾ ਸਮਝ ਕੇ ਨਿਭਾਇਓ। ਅੱਜ ਤੁਹਾਡੇ ਸਾਹਮਣੇ 3-4 ਤੁਹਾਡੇ ਕੋਲ ਐਮਐਲਏ ਮਿਲ ਗਏ, ਤੁਹਾਡੇ ਹਲਕੇ ਵਾਲਾ, ਮੇਰਾ ਖਿਆਲ ਸਪੀਕਰ ਸਾਹਿਬ ਮਿਲ ਗਏ, 2 ਮੰਤਰੀਆਂ ਨਾਲ ਤੁਹਾਡੀ ਗੱਲ ਹੋਈ ਹੈ। ਤੁਹਾਨੂੰ ਲੱਗਦਾ ਵੀ ਮੰਤਰੀ ਕਿਸੇ ਨੂੰ ਕੋਈ ਪੁੱਛਦਾ? ਮੰਤਰੀ ਤੇ ਏਡੀ ਵੱਡੀ ਪਾਵਰ ਹੋਣਾ ਚਾਹੀਦਾ ਕਿ ਅਗਲੇ ਦਿਨ ਤੁਹਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਦੇਵੇ। ਜਿੱਥੇ ਇਹਨਾਂ ਦਾ ਆਪਣਾ ਮਸਲਾ ਹੁੰਦਾ, ਜਿੱਥੇ ਇਹਨਾਂ ਨੂੰ ਆਪਣਾ ਨਿੱਜੀ ਜਿਹੜਾ ਲਾਲਚ ਹੁੰਦਾ, ਉੱਥੇ ਸਾਰੇ ਮਸਲੇ ਹੱਲ ਹੁੰਦੇ ਆ। ਫਗਵਾੜੇ ਵੀ ਲੋਕਾਂ ਨੇ ਧਰਨਾ ਲਾਇਆ ਸੀਗਾ, ਸਰਕਾਰ ਨੇ ਫੈਕਟਰੀ ਵਾਲੇ ਵੀ ਬਿਠਾ ਲਏ ਤੇ ਲੋਕ ਵੀ ਬਿਠਾ ਲਏ ਤੇ ਫਗਵਾੜੇ ਵਾਲਾ ਮਸਲਾ ਹੱਲ ਕੀਤਾ। ਕੀ ਗੱਲ ਇੱਥੇ 60 ਦਿਨਾਂ ਤੋਂ ਲੋਕ ਬੈਠੇ, ਇਹ ਨਹੀਂ ਦਿਸਦੇ ਤੁਹਾਨੂੰ? ਕਾਹਦਾ ਹੰਕਾਰ ਹੈ ਯਾਰ? ਐਮਐਲਏ ਮੰਤਰੀਆਂ ਨੂੰ ਕਾਹਦਾ ਹੰਕਾਰ ਹੈ? ਇਹ ਤੋਂ ਪਹਿਲਾਂ ਤੁਸੀਂ ਕਰਦੇ ਕੀ ਸੀਗੇ? ਤੁਹਾਡੀ ਸੋਚ ਹੀ ਨਹੀਂ ਸੀ ਐਮਐਲਏ ਬਣਨ ਵਾਲੀ, ਤਾਂ ਵੀ ਤੁਹਾਨੂੰ ਲੋਕਾਂ ਨੇ ਐਮਐਲਏ ਬਣਾ ਦਿੱਤਾ। ਤੇ ਹੁਣ ਤੁਸੀਂ ਬਾਦਲਾਂ ਤੇ ਕਾਂਗਰਸੀਆਂ ਨੂੰ ਆਪਣੇ ਆਪ ਨੂੰ ਰੱਬ ਨਾ ਸਮਝੋ, ਇਹਨਾਂ ਲੋਕਾਂ ਦੇ ਸੇਵਕ ਸਮਝੋ। ਨਹੀਂ ਤੇ ਉਹਨਾਂ 2 ਪਾਰਟੀਆਂ ਦਾ ਹਸ਼ਰ ਤੇ ਵੇਖ ਲਓ ਯਾਰ, ਲੋਕਾਂ ਨੇ ਕੀ ਕੀਤਾ। ਤੁਹਾਨੂੰ ਉਹਨਾਂ ਨੂੰ ਵੇਖ ਕੇ ਸ਼ਰਮ ਆ ਜਾਣੀ ਚਾਹੀਦੀ ਹੈ ਕਿ ਲੋਕਾਂ ਨੇ ਮੂੰਹ ਮੂੰਹ ਸੁੱਟੇ, ਲੋਕ ਗੰਦੀਆਂ ਗਾਲਾਂ ਕੱਢਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਤੇ ਜੇ ਤੁਸੀਂ ਵੀ ਕੁਝ ਨਹੀਂ ਕਰੋਗੇ ਤੇ ਇਹ ਲੋਕ ਤੁਹਾਡਾ ਵੀ ਲਿਹਾਜ਼ ਨਹੀਂ ਕਰਨਗੇ। ਔਰ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਿੰਨੀ ਕਰੀ ਯਾਰ ਅਸੀਂ ਮੂਰਖ ਬਣਾਂਗੇ। ਜਿਹੜੇ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਬਣ ਕੇ ਵਿਖਾਉਂਦੇ ਸੀਗੇ। ਆ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦਾ ਸੀ ਚੋਣਾਂ ਤੋਂ ਪਹਿਲਾਂ, ਮੈਂ ਪੰਜਾਬ ਲਈ ਆਪਣੀ ਜਾਨ ਵੀ ਦੇ ਸਕਦਾ, ਮੈਂ ਪੰਜਾਬ ਨੂੰ ਉੱਜੜਦਾ ਨਹੀਂ ਵੇਖ ਸਕਦਾ। ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਵੀ ਹੁਣ ਮਹਿਲਾਂ ਚੋਂ ਨਿਕਲ, ਤੇਰੇ ਕੋਲ ਤੇ ਬੀਜੇਪੀ ਆ, ਬੀਜੇਪੀ ਤੇ ਉੱਤੋਂ ਹੀ ਫੈਕਟਰੀ ਦਾ ਲਾਇਸੈਂਸ ਕੈਂਸਲ ਕਰ ਸਕਦੀ ਹੈ। ਆ ਵੇਖ, ਜਿਨ੍ਹਾਂ ਲੋਕਾਂ ਲਈ ਤੂੰ ਜਾਣ ਦੇਣੀ ਸੀ, ਜਿਨ੍ਹਾਂ ਨੂੰ ਉੱਜੜਦੇ ਨਹੀਂ ਵੇਖਣਾ ਸੀਗਾ, ਆ ਸੜਕਾਂ ਤੇ ਬੈਠੇ ਆਪਣਾ ਘਰ-ਬਾਰ ਛੱਡ ਕੇ ਵੇਖ ਤੇ ਸਹੀ। ਇਹ ਲੋਕ ਅਖਬਾਰਾਂ 'ਚ ਗੱਲਾਂ ਵੱਡੀਆਂ ਕਰਦੇ ਨੇ। ਆ ਚੰਨੀ ਸਾਰੇ ਵੇਖਦੇ ਸੀ ਨਾ ਕਿੱਡੇ ਡਰਾਮੇ ਕਰਦਾ, ਕਦੀ ਬੱਕਰੀ ਚੋਲੀ, ਕਦੀ ਕੁਛ ਕਰ ਲਿਆ, ਤੇ ਸਾਨੂੰ ਐ ਲੱਗਦਾ ਸੀ ਜਿਹੜਾ ਕੋਈ ਸਾਈਕਲ ਚਲਾਉਂਦਾ ਸੀ, ਰਿਕਸ਼ਾ ਚਲਾਉਂਦਾ ਸੀਗਾ, ਤੇ ਜਦੋਂ ਚੰਨੀ ਰਿਕਸ਼ਾ ਫੜ ਲੈਂਦਾ ਸੀ ਤੇ ਰਿਕਸ਼ੇ ਵਾਲੇ ਨੂੰ ਲੱਗਦਾ ਸੀ ਕਿ ਸਾਡੇ ਵਿੱਚੋਂ ਹੀ ਆ ਯਾਰ। ਜੇ ਬੱਕਰੀਆਂ ਚੋਣ ਵਾਲਾ ਸੀਗਾ ਤੇ ਉਹਨੂੰ ਲੱਗਦਾ ਸੀ ਚੰਨੀ ਸਾਡੇ ਵਿੱਚੋਂ ਹੀ ਆ ਯਾਰ। ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਲੋਕ ਤੇ ਫਿਲਮਾਂ 'ਚ ਕੰਮ ਕਰਨੇ ਚਾਹੀਦੇ, ਏਡੇ ਵੱਡੇ ਡਰਾਮੇਬਾਜ਼ ਨੇ। ਆਪ ਬਾਹਰ ਜਾ ਕੇ ਬਹਿ ਗਿਆ ਤੇ ਆ ਪੰਜਾਬ ਉੱਜੜਦਾ ਫਿਰਦਾ, ਜਿਹਦੇ ਲਈ ਐਡੇ ਟਾਰਾਂ ਮਾਰਦੇ ਸੀਗੇ, ਜਿਹਦੇ ਲਈ ਐਡੇ ਹੌਕੇ ਭਰਦੇ ਸੀਗੇ ਕਿ ਪੰਜਾਬ ਲਈ ਮਰਾਂਗੇ। ਆਹ ਪੰਜਾਬ ਦਾ ਹਾਲ ਹੈ ਯਾਰ। ਇਹੋ ਜਿਹੇ ਲੀਡਰ ਖਾ ਪੀ ਕੇ ਗਾਂਹ ਜਾਂਦੇ ਨੇ, ਮੁੜ ਕੇ ਕਿਸੇ ਨੂੰ ਕੋਈ ਲੱਭਦਾ ਨਹੀਂ। ਲੋਕਾਂ ਨੂੰ ਵੀ ਸੋਚ ਵਿਚਾਰ ਇਹਨਾਂ ਚੀਜ਼ਾਂ ਦੇ ਉੱਤੇ ਕਰਨਾ ਚਾਹੀਦਾ। ਮੈਂ ਇਲੈਕਸ਼ਨਾਂ ਲੜਨ ਤੋਂ ਬੜਾ ਹੀ ਚਾਲੂ, ਸਾਰੇ ਮੈਨੂੰ ਕਹਿੰਦੇ ਸੀਗੇ, ਕਿਉਂਕਿ ਇਲੈਕਸ਼ਨ ਲੜ ਕੇ ਤੁਹਾਡੀ ਇੱਕ ਜ਼ਿੰਮੇਵਾਰੀ ਤੈਅ ਹੋ ਜਾਂਦੀ ਹੈ। ਜਾਂ ਤੇ ਫਿਰ ਮੈਂ ਇਲੈਕਸ਼ਨ ਲੜਿਆ ਹੁੰਦਾ ਤੇ ਇਹਨਾਂ ਨਾਲ ਲੜਦਾ ਫਿਰਦਾ। ਅੱਜ ਤੁਸੀਂ ਇਸ ਧਰਨੇ ਤੇ ਮੈਨੂੰ ਸੱਦਿਆ, ਮੇਰੇ ਹਲਕੇ 'ਚ ਵੀ 20 ਮੁਸ਼ਕਲਾਂ ਨੇ, ਉੱਥੋਂ ਮੈਂ ਇਹਨਾਂ ਦੇ ਗਲ ਪੈਂਦਾ। ਇਹਨਾਂ ਲੋਕਾਂ ਦਾ ਮੈਂ ਹਿੱਸਾ ਹੀ ਨਹੀਂ ਬਣਨਾ ਚਾਹੁੰਦਾ। ਸਾਨੂੰ ਲੱਗਾ ਸੀਗਾ ਕਿ ਆਮ ਲੋਕਾਂ ਦੇ ਵਿੱਚੋਂ ਲੋਕ ਉੱਠੇ ਨੇ ਔਰ ਸਾਡੀਆਂ ਦਰਦ ਮੁਸ਼ਕਲਾਂ ਦੂਰ ਕਰਨਗੇ, ਪਰ ਅੱਜ ਵੀ ਲੋਕਾਂ ਨੂੰ ਸੜਕਾਂ ਦੇ ਉੱਤੇ ਬਹਿਣਾ ਪੈ ਰਿਹਾ। ਇੱਥੇ ਮੈਨੂੰ ਪਤਾ ਲੱਗਾ, ਦੱਸ ਰਹੇ ਸੀਗੇ ਸਰਪੰਚ ਸਾਹਿਬ
कि सीचेवाल साहब भी आए जिन्हां ने एक पानी बचाउण लई मुहिम चलाई है। मैं सत्कार करदा सीचेवाल साहब दा, पर जिद्दण उन्होंने राज सभा मैंबरी ले ली सी ना, संत जिहड़ा हुंदा गुरु महाराज जिहड़ा हुंदा वो ते सारियां दा साझा हुंदा, किसी पार्टी दा नहीं हुंदा। जिद्दण उन्हां मैंबरी लई सी ते मैनूं भी बड़ा दुख लगा सीगा कि नहीं बनना चाहिए, पर जे तुसीं मैंबर बन गए ते पंजाब दे इस देश दे जो तुहाडे फर्ज ने सीचेवाल साहब उन्होंने निभाउणा चाहिए। तुसीं इत्थे आके सैंपल लैके गए सीगे NGT दी टीम नाल। हुणे मैं चंडीगढ़ एक सैकटरी नाल गल कीती सी, इन्हां दा एक्साइज महकमे दा सैकटरी है। मैनूं पुछिआ सीगा कि तुहानूं नहीं पता लोग धरने ते बैठे ने? वो कहंदा जी हुण सरकार नूं पता लग गया, सरकार दे ध्यान दे विच मसला आ गया ते ਜਿਹੜੇ ਇਹਨਾਂ ਦੇ सैंपल लए ने ਉਹਦੇ ਬਾਰੇ ਉਹਨੂੰ ਮੈਨੂੰ ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਦਾ ਨੰਬਰ ਦਿੱਤਾ। ਉੱਥੇ ਕਰਨੇਸ਼ ਗਰਗ ਜਿਨ੍ਹਾਂ ਨੂੰ ਮੈਂ ਬਾਅਦ ਚੋਂ ਫੋਨ ਕੀਤਾ, ਉਹ ਮੈਂਬਰ ਸੈਕਟਰੀ ਨੇ ਪੋਲਿਊਸ਼ਨ ਬੋਰਡ ਦੇ। ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਲੋਕ ਸੜਕਾਂ ਤੇ ਨੇ ਬਾਊ ਜੀ, ਤੁਸੀਂ ਤੇ ਕਦੀ ਸੜਕਾਂ ਤੇ ਨਹੀਂ ਬੈਠੇ ਧਰਨੇ ਲਾ ਕੇ ਅਫਸਰ ਹੋ, ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਕਿਉਂ ਨਹੀਂ ਹੱਲ ਹੋ ਰਹੀਆਂ? ਜੇ ਇਹਨਾਂ ਦੀ ਡਿਮਾਂਡ ਹੈ ਜਿਹੜੀ ਉਹ ਕਿਉਂ ਨਹੀਂ ਪੂਰੀ ਹੋ ਰਹੀ? ਤੇ ਉਹਨੇ ਵੀ ਮੈਨੂੰ ਅੱਗੋਂ ਜਵਾਬ ਦਿੱਤਾ ਕਿ NGT ਵਾਲੇ ਸੈਂਪਲ ਲੈ ਕੇ ਗਏ ਸੀਗੇ, ਉਹ ਸੈਂਪਲ ਸਾਡੇ ਕੋਲ ਆ ਜਾਂਦੇ ਆ ਤੇ ਉਸ ਤੋਂ ਬਾਅਦ ਅਸੀਂ ਕੋਈ ਮਤਲਬ ਉਹਦੇ ਉੱਤੇ ਕਾਰਵਾਈ ਜਾਂ ਜੋ ਕੋ ਹੱਲ ਕਰਾਂਗੇ। ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੂੰਗਾ ਕਿ ਜਿੱਥੇ ਸੈਂਪਲ ਜਾਂਦੇ ਆ ਨਿਗਰਾਨੀ ਤੁਹਾਨੂੰ ਕਰਨੀ ਪੈਣੀ ਆ, ਨਿਗਰਾਨੀ ਤੁਹਾਡੇ ਹਲਕੇ ਦੇ MLA ਨੂੰ ਕਰਨੀ ਪੈਣੀ ਆ। ਕਿਤੇ ਵੀ ਘਾਲ ਮੇਲ ਹੋ ਸਕਦਾ ਤੇ ਕਿਤੇ ਵੀ ਰਲਿਆ ਜਾ ਸਕਦਾ। ਜਦੋਂ ਪ੍ਰਤੱਖ ਪਾਣੀ ਗੰਦਾ ਆ ਰਿਹਾ, ਲੋਕਾਂ ਦਾ ਨੁਕਸਾਨ ਹੋ ਰਿਹਾ, ਅੰਨਿਆਂ ਨੂੰ ਦਿਸ ਰਿਹਾ ਹੱਥ ਲਾ ਕੇ ਵੀ ਪਾਣੀ ਗੰਦਾ ਸਾਫ਼ ਕਿਸ ਤਰ੍ਹਾਂ ਦਾ ਹੁੰਦਾ ਤੇ ਗੰਦਲਾ ਕਿਸ ਤਰ੍ਹਾਂ ਦਾ ਹੁੰਦਾ, ਫਿਰ ਐਡੀ ਤੇ ਸੈਂਪਲ ਭਰਨ ਦੀ ਵੀ ਲੋੜ ਨਹੀਂ ਸੀ। ਕੁਛ ਵੀ ਹੋ ਜੇ, ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਵੀ ਬੁਲੰਦ ਕਰਦੇ ਰਹਿਣਾ ਚਾਹੀਦਾ, ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨਾ ਵੀ ਚਾਹੀਦਾ। ਮੈਂ ਦੂਜੀ ਗੱਲ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਸ ਬੰਦੇ ਦੀ ਫੈਕਟਰੀ ਹੈ, ਬਾਦਲਾਂ ਦੇ ਨਾਲ 10 ਸਾਲ ਉਹਨਾਂ ਨੇ ਮੌਜਾਂ ਕੀਤੀਆਂ, ਕੋਈ ਨਹੀਂ ਉਹਨੂੰ ਪੁੱਛਦਾ ਸੀਗਾ। 10 ਸਾਲਾਂ ਬਾਅਦ ਹੁਣ ਝਾੜੂ ਵਾਲਿਆਂ ਨਾਲ ਸੈਟਿੰਗ ਹੋ ਗਈ ਤੇ ਜੋ ਮੈਨੂੰ ਪਤਾ ਲੱਗਾ ਵੀ ਦਿੱਲੀ ਦੇ ਵਿੱਚ ਵੀ ਠੇਕੇ ਸਾਰੇ ਉਹਨੂੰ ਹੀ ਦੇ ਦਿੱਤੇ ਗਏ ਨੇ, ਮਤਲਬ ਵੱਡੇ ਜਿੰਨਾ ਦਿੱਲੀ ਦਾ ਕੰਮ ਹੈ ਸਾਰਾ ਉਹਦੇ ਕੋਲੋਂ ਆ। ਸੋ ਸਰਕਾਰ ਅਸੀਂ ਪੰਜਾਬੀਆਂ ਨੇ ਬਣਾਈ ਹੈ, ਇਕੱਲੇ ਕੋਈ ਇੰਡਸਟਰੀਲਿਸਟਾਂ ਤੇ ਕਾਰਖਾਨੇ ਵਾਲਿਆਂ ਨਹੀਂ ਬਣਾਈ। ਮਾਨ ਸਾਹਿਬ, ਇਹਨਾਂ ਦੇ ਹੱਕ ਜਿੰਨਾ ਚਿਰ ਇਹਨਾਂ ਨੂੰ ਨਹੀਂ ਮਿਲਣਗੇ, ਮੈਂ ਭਗਵੰਤ ਮਾਨ ਨੂੰ 3-4 ਵਾਰੀ ਅਲਰਟ ਕਰ ਚੁੱਕਾ, ਉਹਨੂੰ ਮੈਂ ਚੇਤਾਵਨੀ ਦੇ ਚੁੱਕਾ, ਉਹਨੂੰ ਮੈਂ ਵਾਰਨਿੰਗ ਕਰ ਚੁੱਕਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਤੂੰ ਹੈ, ਪਰ ਦਿੱਲੀ ਵਾਲੇ ਤੈਨੂੰ ਵੀ ਪਤਾ ਉਹ ਤੈਨੂੰ ਮੁੱਖ ਮੰਤਰੀ ਨਹੀਂ ਸੀ ਬਣਾਉਂਦੇ। ਨਾ ਤੂੰ ਦਿੱਲੀ ਵਾਲਿਆਂ ਨੂੰ ਚੰਗਾ ਲੱਗਦਾ ਸੀਗਾ, ਨਾ ਤੈਨੂੰ ਦਿੱਲੀ ਵਾਲੇ ਚੰਗੇ ਲੱਗਦੇ ਸੀਗੇ। ਅਖੀਰ 'ਚ ਜਦੋਂ ਉਹਨਾਂ ਨੂੰ ਕੋਈ ਹੱਲ ਨਹੀਂ ਲੱਭਾ ਤੇ ਤੈਨੂੰ ਉਹਨਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ। ਸਰਕਾਰ ਜਿਹੜੀ ਦਿੱਲੀ ਵਾਲੀ ਹੈ, ਇਹਨਾਂ ਦੀ ਪਾਰਟੀ, ਉਹਨੂੰ ਹਮੇਸ਼ਾ ਹੀ ਇਹ ਡਰ ਸਤਾਉਂਦਾ ਰਹਿੰਦਾ ਸੀਗਾ ਕਿ ਭਗਵੰਤ ਮਾਨ ਜਿਹੜਾ ਉਹ ਬਾਗੀ ਨਾ ਹੋ ਜਾਵੇ। ਤੇਰਾ ਕਿਰਦਾਰ, ਤੇਰਾ ਕਰੈਕਟਰ, ਤੇਰਾ ਜਿਹੜਾ ਛਵੀ ਹੈ, ਉਹਨੂੰ ਇਸ ਤਰੀਕੇ ਪੰਜਾਬੀਆਂ ਨਾਲ ਧੱਕਾ ਕਰ ਕਰਕੇ ਗੰਦਲੀ ਕਰ ਦੇਣਗੇ ਕਿ ਪੰਜਾਬੀ ਤੇਰੇ ਆਖੇ ਬਗਾਵਤ ਹੀ ਨਹੀਂ ਕਰਨਗੇ। ਮੈਂ ਉਹਨੂੰ ਪਹਿਲਾਂ ਵੀ ਕਿਹਾ ਸੀਗਾ, ਪਹਿਲਾਂ ਤੈਨੂੰ ਲੋਕਾਂ ਦੇ ਦਿਲਾਂ ਤੋਂ ਲਾਉਣਗੇ, ਫਿਰ ਤੈਨੂੰ ਕੁਰਸੀ ਤੋਂ ਲਾਉਣਗੇ। ਮੈਂ ਤੇ ਤੇਰੀ ਮਿਆਦ ਹੀ 1 ਸਾਲ ਰੱਖੀ ਸੀ ਕਿ ਦਸੰਬਰ ਤੱਕ ਤੈਨੂੰ ਮਤਲਬ ਇਹ ਲਾ ਦੇਣਗੇ, ਤੈਨੂੰ ਇਹ ਬਰਦਾਸ਼ਤ ਹੀ ਨਹੀਂ ਕਰਦੇ। ਪਰ ਆਪਾਂ ਜਦੋਂ ਉਹਨਾਂ ਦੇ ਅੱਗੇ ਸੀਸ ਹੀ ਨਿਵਾ ਦਿੱਤਾ, ਸਿਰ ਹੀ ਨੀਵਾਂ ਕਰ ਲਿਆ ਕਿ ਦਿੱਲੀ ਵਾਲੇ ਜੋ ਮਰਜ਼ੀ ਕਰੀ ਜਾਣ, ਆਪਾਂ ਜੀ ਜੂਰੀ ਕਰਨੀ ਹੈ। ਲੋਕ ਭਾਵੇਂ ਸੜਕਾਂ ਤੇ ਰਹਿਣ, ਲੋਕ ਭਾਵੇਂ ਡਾਂਗਾ ਖਾਣ, ਟੀਚਰਾਂ ਨੂੰ ਡਾਂਗਾ ਵੱਜਦੀਆਂ ਤੁਸੀਂ ਨਹੀਂ ਵੇਖੀਆਂ ਸੋਸ਼ਲ ਮੀਡੀਆ ਦੇ ਉੱਤੇ? ਇਹੋ ਭਗਵੰਤ ਮਾਨ ਕਹਿੰਦਾ ਸੀ ਕਿ ਸਰਕਾਰਾਂ ਕੁੱਟਦੀਆਂ ਵੀ ਤੇ ਲੁੱਟਦੀਆਂ ਵੀ, ਤੇ ਕੁੱਟਣਾ ਤੇ ਯਾਰ ਤੁਸੀਂ ਵੀ ਸ਼ੁਰੂ ਕਰ ਦਿੱਤਾ। ਬੱਚੇ ਮੰਗਦੇ ਕੀ ਆ ਤੁਹਾਡੇ ਕੋਲੋਂ? ਕੋਈ ਨਸ਼ੇ ਮੰਗਦੇ ਆ ਬੱਚੇ ਤੁਹਾਡੇ ਕੋਲੋਂ, ਕੋਈ ਕਹਿੰਦੇ ਸਾਨੂੰ ਬੈਂਕ ਲੁੱਟ ਕੇ ਦੇ ਦਿਓ, ਆਪਣੀਆਂ ਨੌਕਰੀਆਂ ਮੰਗਦੇ ਆ, ਆਪਣਾ ਰੁਜ਼ਗਾਰ ਮੰਗਦੇ ਆ। ਤੇ ਜੇ ਉਹਦੇ ਲਈ ਧਰਨੇ ਲਾਉਂਦੇ ਤੇ ਉਹਦੇ ਲਈ ਵੀ ਲੋਕਾਂ ਨੂੰ ਕੁੱਟਿਆ ਜਾਵੇ ਤੇ ਲੱਖ ਲਾਹਣਤ ਹੈ ਯਾਰ ਇਹਦੀਆਂ ਸਰਕਾਰਾਂ ਦੇ ਉੱਤੇ। ਤੁਸੀਂ ਤੇ ਇਹ ਵਾਅਦੇ ਕੀਤੇ ਸੀ ਕਿ ਬੱਚਿਆਂ ਨੂੰ ਕੁੱਟਿਆ ਨਹੀਂ ਜਾਊਗਾ। ਅੱਜ 60 ਦਿਨਾਂ ਤੋਂ ਆ ਮੇਰੀਆਂ ਮਾਵਾਂ ਭੈਣਾਂ, ਆ ਬਜ਼ੁਰਗ ਨੌਜਵਾਨ ਸਾਰੇ ਧਰਨੇ ਤੇ ਉੱਤੇ ਬੈਠੇ ਨੇ। 60 ਦਿਨ ਤੋਂ ਧਰਨਾ ਲੱਗਾ ਲਗਾਤਾਰ, ਤੇ ਕੀ ਗੱਲ ਸਰਕਾਰ ਦੀਆਂ ਅੱਖਾਂ ਨਹੀਂ ਖੋਲਦੀਆਂ? ਤੁਹਾਡੇ ਇਲਾਕੇ ਦਾ MLA ਵੀ ਹੋਊਗਾ, ਇਸ ਇਲਾਕੇ ਦੇ ਵਿੱਚੋਂ ਕੋਈ ਨਾ ਕੋਈ ਤੁਹਾਡਾ ਮੰਤਰੀ ਵੀ ਹੋਊਗਾ, ਤੇ ਸਰਕਾਰ ਇੱਧਰ ਧਿਆਨ ਕਿਉਂ ਨਹੀਂ ਦੇ ਰਹੀ? ਕਿਉਂਕਿ ਸਰਕਾਰਾਂ ਨੂੰ ਵੀ ਲੱਗਦਾ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਵਾ ਉਹ ਸਰਮਾਏਦਾਰਾਂ ਦੇ ਸਿਰ ਤੇ ਹੀ ਚੱਲਣੀਆਂ ਨੇ। ਅੱਗੋਂ ਸਰਪੰਚੀ ਆ ਜਾਣੀਆਂ, ਅੱਗੋਂ ਕੌਂਸਲਰ ਦੀਆਂ ਇਲੈਕਸ਼ਨ ਆ ਜਾਣੀਆਂ। ਇਹਨਾਂ ਲੋਕਾਂ ਸਾਨੂੰ ਕੀ ਦੇਣਾ? ਉਹਨਾਂ ਤੇ ਸਾਨੂੰ ਪੈਸਾ ਦੇਣਾ। ਪੈਸੇ ਕਰਕੇ ਸਾਡਾ ਪੰਜਾਬ ਨਾ ਵਿੱਚ ਹੋਇਆ। ਅਸੀਂ ਲੋਕ ਤੇ ਅੱਗੇ ਹੀ ਉੱਜੜੇ ਪਏ ਆ।
ਸਾਡਾ ਤੇ ਅੱਗੇ ਹੀ ਰੱਬ ਰਾਖਾ ਸੀਗਾ, ਜਿਹੜਾ ਰੱਬ ਤੁਹਾਡੇ ਵਿੱਚ ਦਿਸਿਆ ਤੇ ਅਸੀਂ ਤੁਹਾਨੂੰ ਚੁਣ ਲਿਆ। ਤੁਸੀਂ ਕੋ ਪੰਚਰਾਂ ਵਾਲਾ ਖਿਲਾਰਿਆ ਤੇ ਉਹਨੂੰ ਵੀ ਜਿਤਾ ਦਿੱਤਾ, ਤੁਸੀਂ ਕੋ ਮੋਬਾਈਲ ਰਿਪੇਅਰ ਕਰਨ ਵਾਲਾ ਖਿਲਾਰਿਆ ਤੇ ਉਹਨੂੰ ਵੀ ਜਿਤਾ ਦਿੱਤਾ। ਲੋਕਾਂ ਨੇ ਤੇ ਕੈਂਡੀਡੇਟ ਵੇਖੇ ਹੀ ਨਹੀਂ, ਤੁਹਾਡੇ ਪ੍ਰਤੀ ਵਿਸ਼ਵਾਸ ਹੀ ਇੰਨਾ ਜ਼ਿਆਦਾ ਪ੍ਰਗਟ ਕੀਤਾ ਕਿ ਤੁਸੀਂ ਲੋਕ ਸਾਡੇ ਸਾਰੇ ਮਸਲੇ ਹੱਲ ਕਰ ਦਿਓਗੇ। ਅੱਜ ਜਿਹੜੇ ਬੰਦੇ ਇਹਨਾਂ ਦੇ ਮੋਬਾਈਲ ਰਿਪੇਅਰ ਕਰਦੇ ਸੀਗੇ, ਜਿਹੜੇ ਹੋਰ ਕੋਈ ਛੋਟੇ ਕੰਮ ਕਰਦੇ ਸੀ, ਤਰੱਕੀ ਕਰਨ ਦਾ ਹੱਕ ਸਭ ਨੂੰ ਹੈ, ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਲੋਕਾਂ ਨੇ ਤੁਹਾਨੂੰ ਨਵਾਜ ਦਿੱਤਾ, ਜੇ ਲੋਕਾਂ ਨੇ ਤੁਹਾਨੂੰ ਆਪਣੇ ਸਿਰ ਦੇ ਉੱਤੇ ਬਿਠਾ ਲਿਆ ਤੇ ਆਪਣਾ ਪਿਛੋਕੜ ਨਾ ਭੁੱਲੋ, ਆਪਣੀ ਔਕਾਤ ਨਾ ਭੁੱਲੋ। ਜੇ ਲੋਕ ਤੁਹਾਨੂੰ ਚੜਾ ਸਕਦੇ ਆ ਤੇ ਲੋਕ ਤੁਹਾਨੂੰ ਥੱਲੇ ਲਾ ਵੀ ਸਕਦੇ ਆ। ਸੋ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ। ਮੈਨੂੰ ਇਸ ਧਰਨੇ ਲਈ ਸੰਦੀਪ ਨੇ ਬੜੇ ਦਿਨਾਂ ਤੋਂ ਫੋਨ ਕੀਤੇ ਸੀਗੇ। ਮੈਂ ਕਿਹਾ ਜੀ ਮੈਂ ਆਉਣਾ, ਪਹਿਲਾਂ ਕੁਝ ਦਿਨ ਮੈਂ ਬਾਹਰ ਸੀਗਾ। ਮੈਂ ਨਹੀਂ ਕਹਿੰਦਾ ਕਿ ਮੇਰੇ ਆਖੇ ਸ਼ਰਾਬ ਦੀ ਫੈਕਟਰੀ ਚੁੱਕੀ ਜਾ ਸਕਦੀ, ਮੈਂ ਨਹੀਂ ਕਹਿੰਦਾ ਕਿ ਮੇਰੇ ਆਖੇ ਸ਼ਰਾਬ ਦੀ ਫੈਕਟਰੀ ਬੰਦ ਹੋ ਸਕਦੀ ਹੈ, ਮੈਂ ਨਹੀਂ ਕਹਿੰਦਾ ਕਿ ਮੇਰੇ ਆਖੇ ਤੁਹਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ। ਪਰ ਮੈਂ ਲੋਕਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੰਨਾ ਚਿਰ ਵੀ ਸਵਾਸ ਪ੍ਰਾਣ ਹੈਗੇ ਆ, ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਰਹਿਣਾ ਵਾਂ। ਲੋਕਾਂ ਦਾ ਜਿੱਥੇ ਕੋਈ ਧੱਕਾ ਜਾਂ ਜਿੱਥੇ ਕੋਈ ਹੱਕਾਂ ਦੀ ਗੱਲ ਆ ਤੇ ਮੈਂ ਲੋਕਾਂ ਦੇ ਮੋਹਰੀ ਹੋ ਕੇ ਅੱਗੇ ਲੜਨ ਨੂੰ ਤਿਆਰ ਹਾਂ। ਇਹ ਨਹੀਂ ਜਿਵੇਂ ਕਿਸੇ ਨੇ ਕਿਹਾ ਸੀ ਨਾ ਕਿ ਉਹ ਕਿਤੇ ਅੱਗ ਲੱਗੀ ਤੇ ਉਹ ਚਿੜੀ ਚੁੰਝ 'ਚ ਪਾਣੀ ਭਰਦੀ ਤੇ ਉੱਥੇ ਪਾ ਆਉਂਦੀ ਸੀਗੀ, ਤੇ ਉਹਨੂੰ ਕਹਿੰਦੇ ਵੀ ਤੇਰੀ ਚੁੰਝ ਦੇ ਪਾਣੀ ਨਾਲ ਕਿਤੇ ਅੱਗ ਬੁੱਝ ਜਾਣੀ ਹੈ। ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ, ਮੈਨੂੰ ਪਤਾ ਮੇਰੇ ਪਾਣੀ ਨਾਲ ਅੱਗ ਨਹੀਂ ਬੁਝਣੀ ਚੁੰਝ ਭਰਨ ਨਾਲ, ਪਰ ਮੇਰਾ ਨਾਂ ਬੁਝਾਉਣ ਵਾਲਿਆਂ ਤੇ ਆਊਗਾ ਨਾ। ਸੋ ਮੇਰਾ ਨਾਂ ਜਿਹੜਾ ਤੁਸੀਂ ਹੱਕ ਆਪਣੇ ਮੰਗਦੇ ਹੋ, ਜਿੱਥੇ ਕਿਤੇ ਵੀ ਬੱਚੇ ਮੈਨੂੰ ਸਾਧਦੇ ਆ ਮੈਂ ਜਾਣਾ ਵਾਂ, ਨਾ ਮੈਂ ਇਹਨਾਂ ਤੋਂ ਕਦੀ ਡਰਦਾ ਤੇ ਨਾ ਮੈਂ ਝੁਕਦਾ ਵਾਂ। ਲੋਕਾਂ ਦੀ ਮੈਂ ਰੱਬ ਜਿੰਨੀ ਇੱਜ਼ਤ ਕਰਦਾ। ਕਹਿੰਦੇ ਆ ਨਾ ਸੰਗਤ ਦੇ ਵਿੱਚ ਰੱਬ ਵਸਦਾ। ਮੈਂ ਲੋਕਾਂ ਲਈ ਜਿੱਥੇ ਕਿਤੇ ਵੀ ਤੁਸੀਂ ਮੇਰੀ ਸੇਵਾ ਲਾਓ, 2-3 ਬੰਦਿਆਂ ਤੱਕ ਜਿੱਥੇ ਮੇਰੀ ਗੱਲ ਸੀਗੀ, ਕੋਸ਼ਿਸ਼ ਕਰੂੰਗਾ ਕਿ ਭਗਵੰਤ ਮਾਨ ਤੱਕ ਵੀ ਤੁਹਾਡੀ ਗੱਲ ਹੋਵੇ। ਇਹ ਮਸਲਾ ਜਿਹੜਾ ਤੁਹਾਡਾ ਉਹ ਹੱਲ ਹੋਣਾ ਚਾਹੀਦਾ ਜੋ ਵੀ ਹੈ। ਮੈਂ ਫਿਰ ਇੱਕ ਗੱਲ ਦੁਹਰਾਉਣਾ ਕਿ ਮੈਂ ਨਹੀਂ ਕਹਿੰਦਾ ਕਿ ਪੰਜਾਬ ਦੇ ਵਿੱਚੋਂ ਇੰਡਸਟਰੀਆਂ ਚੁੱਕੀਆਂ ਜਾਣੀਆਂ ਚਾਹੀਦੀਆਂ ਨੇ, ਪਰ ਜਿੱਥੇ ਕਿਤੇ ਵੀ ਨੁਕਸਾਨ ਹੈ, ਜਿੱਥੇ ਕਿਤੇ ਵੀ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੈ, ਲੋਕਾਂ ਦਾ ਕੋਈ ਫਿਜ਼ੀਕਲੀ ਮੈਂਟਲੀ ਜਾਂ ਆਰਥਿਕ ਪੱਖੋਂ ਨੁਕਸਾਨ ਹੈ, ਤੇ ਉਹੋ ਜਿਹੀਆਂ ਫੈਕਟਰੀਆਂ ਤੁਸੀਂ ਲੈਣਾ ਵੀ ਕੀ ਹੈ। ਲੋਕਾਂ ਨੂੰ ਬਿਠਾ ਕੇ ਇਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ, ਇਹਨਾਂ ਦੇ ਮੁੱਦੇ ਦੇ ਉੱਤੇ ਗੌਰ ਵੀ ਕਰਨਾ ਚਾਹੀਦਾ ਵਾ, ਔਰ ਇੱਕ ਦੂਜੇ ਦੀ ਤੱਥਾਂ ਦੇ ਨਾਲ ਤਸੱਲੀ ਵੀ ਕਰਾਉਣੀ ਚਾਹੀਦੀ ਆ। ਫਿਰ ਤੇ ਲੋਕ ਤੁਹਾਡਾ ਕਰਨਗੇ ਸਤਿਕਾਰ। ਨਹੀਂ ਤੇ ਪਿਛਲੇ ਵੀ ਜਿਹੜੇ ਧੱਕਾ ਕਰਦੇ ਰਹੇ ਆ, ਉਹਨਾਂ ਨੇ ਵੀ ਆਪਣਾ ਅਸਰ ਵੇਖ ਲਿਆ ਤੇ ਇਹੋ ਅਸਰ ਹੀ ਤੁਹਾਡੇ ਲੋਕਾਂ ਦਾ ਹੋਊਗਾ। ਮੈਂ ਅਖੀਰ ਦੇ ਵਿੱਚ ਤੁਹਾਨੂੰ ਲੋਕਾਂ ਨੂੰ ਇਹ ਕਹਿ ਕੇ ਸਮਾਪਤੀ ਕਰੂੰਗਾ ਕਿ ਜਿੱਥੇ ਕਿਤੇ ਮੇਰੀ ਸੇਵਾ ਲਾਓ, ਮੈਂ ਸੀਸ ਨਿਵਾਉਂਦਾ ਹੀ ਤੁਹਾਡੇ ਕੋਲ ਆਉਂਗਾ। ਪੂਰੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਕਿਤੇ ਵੀ ਤੁਸੀਂ ਮੇਰੀ ਡਿਊਟੀ ਲਾਓ, ਨਾ ਮੈਂ ਜ਼ਿੰਦਗੀ 'ਚ ਇਸ ਸੂਬੇ ਦੇ ਫਰਜ਼ਾਂ ਪ੍ਰਤੀ ਕਿਤੇ ਭੱਜਾਂ, ਨਾ ਮੈਂ ਭੱਜੂਗਾ। 4 ਲੈਣਾ ਤੁਹਾਡੇ ਸੰਗਤ ਲਈ ਕਹਿ ਕੇ ਮੈਂ ਸਮਾਪਤੀ ਕਰੂੰਗਾ ਕਿ ਮੈਂ ਜਨਮ ਤੋਂ ਤੁਹਾਡਾ। ਮੈਨੂੰ ਗੈਰਾਂ ਦੇ ਵਿੱਚ ਰੱਖੋ ਭਾਵੇਂ ਤੁਸੀਂ ਮੇਰੇ ਲਈ ਅੰਮ੍ਰਿਤ ਦੀ ਬੂੰਦ ਜੇ।